ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਡੇਲੀ ਰੌਕੇ ਨਿਊਜ਼ ਵੱਲੋਂ ਸਮੇਂ-ਸਮੇਂ ਸਿਰ ਵਿਕਾਸ ਦੇ ਕੰਮਾਂ ਦੇ ਲਈ ਕੰਮ ਕੀਤੇ ਜਾਂਦੇ ਆ। ਸੋ ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਮੁਸਲਮਾਨ ਭਾਈਚਾਰੇ ਵੱਲੋਂ ਜਿਹੜੇ ਰੋਜ਼ੇ ਰੱਖੇ ਜਾਂਦੇ ਆ 1 ਮਹੀਨੇ ਦੇ ਲਈ। ਸੋ ਅੱਜ ਅਸੀਂ ਮਲੇਰਕੋਟਲੇ ਧਰਤੀ ਤੇ ਪਹੁੰਚੇ ਆ। ਸਾਡੇ ਵੀਰ ਨੁਸਰਤ ਬੋਬੀ ਜੀ ਜੋ ਪੰਜਾਬੀ ਸਿੰਗਰ ਵੀ ਹਨ, ਕਵਾਲੀ ਵੀ ਕਰਦੇ ਆ, ਸੋ ਉਹਨਾਂ ਵੱਲੋਂ ਸਾਨੂੰ ਜਿਹੜੀ ਬੇਨਤੀ ਪਹੁੰਚੀ ਸੀਗੀ। ਸੋ ਅੱਜ ਅਸੀਂ ਵੀਰ ਗੁਰਪ੍ਰੀਤ ਬੱਬੀ ਦੇ ਨਾਲ ਅਸੀਂ ਅੱਜ ਸਾਰੇ ਇੱਥੇ ਡੇਲੀ ਰੌਕੀ ਨਿਊਜ਼ ਵੱਲੋਂ ਪਹੁੰਚੇ ਆ, ਕਿਉਂਕਿ ਸਾਡੇ ਲਈ ਜਿਹੜੀ ਭਾਈਚਾਰਕ ਸਾਂਝ ਆ ਬਹੁਤ ਬੜਮੁੱਲੀ ਚੀਜ਼ ਆ। ਸਮੇਂ-ਸਮੇਂ ਸਿਰ ਅਸੀਂ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਆ। ਸੋ ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਰੋਜ਼ੇ ਚੱਲ ਰਹੇ ਆ, ਉਹਦੇ ਵਿੱਚ ਜਿਹੜੀ ਅਸੀਂ ਸਮੁੱਚੀ ਡੇਲੀ ਰੌਕੀ ਨਿਊਜ਼ ਵੱਲੋਂ ਔਰ ਸਮੁੱਚੇ ਪਿੰਡ ਰੌਕੇ ਕਲਾਂ ਵੱਲੋਂ ਅੱਜ ਫਰੂਟ ਦੀ ਸੇਵਾ ਕਰਕੇ ਚੱਲੇ ਆ, ਤਾਂ ਕਿ ਸਾਡਾ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਣੀ ਰਹੇ। ਇੱਕ ਮੈਂ ਹੋਰ ਵੀ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦਾ, ਅਕਸਰ ਵੀਰ ਵੀ ਇਹ ਜ਼ਿਕਰ ਕਰਦੇ ਹੁੰਦੇ ਆ ਕਿ ਜਿਹੜੀ ਇਹ ਧਰਤੀ ਆ, ਇਸ ਧਰਤੀ ਦਾ ਸਾਡੇ ਉੱਪਰ ਕਰਜ਼ਾ ਬਹੁਤ ਆ। ਉਹ ਕਿਸ ਤਰ੍ਹਾਂ ਹੈ? ਕਿਉਂਕਿ ਸਾਡੇ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਜਦੋਂ ਨੀਹਾਂ ਦੇ ਵਿੱਚ ਚੁਣਵਾਏ ਜਾ ਰਹੇ ਸੀ, ਸੋ ਮਲੇਰਕੋਟਲੇ ਧਰਤੀ ਇੱਥੋਂ ਦੇ ਨਵਾਬ ਨੇ ਉਹਨਾਂ ਦੇ ਲਈ ਜਿਹੜਾ ਹਾਅ ਦਾ ਨਾਅਰਾ ਮਾਰਿਆ ਸੀ। ਉਹ ਹਾਅ ਦਾ ਨਾਅਰਾ ਉਹਨਾਂ ਨੇ ਜ਼ਰੂਰ ਮਾਰਿਆ ਸੀਗਾ। ਇਹੀ ਇੱਕ ਜਿਹੜੀ ਰਿਆਸਤ ਆ ਜਿਹੜੀ ਕਾਇਮ ਰਹੀ ਆ, ਬਾਕੀ ਸਭ ਉੱਜੜ ਪੁੱਜੜ ਗਏ। ਸੋ ਉਹ ਚੀਜ਼ ਦਾ ਸਾਡੇ ਸਿਰ ਕਰਜ਼ਾ ਹੈ। ਅਸੀਂ ਉਸ ਕਰਜ਼ੇ ਵਿੱਚ ਥੋੜਾ ਦਸਵੰਧ ਦੇ ਕੇ ਚੱਲੇ ਆ। ਕਰਜ਼ਾ ਤਾਂ ਨਹੀਂ ਉਤਾਰ ਸਕਦੇ, ਕਿਉਂਕਿ ਸਾਡੇ ਸਾਹਿਬਜ਼ਾਦਿਆਂ ਲਈ, ਗੁਰੂਆਂ ਦੇ ਲਈ ਉਹਨਾਂ ਨੇ ਬਹੁਤ ਹਾਅ ਦਾ ਨਾਅਰਾ ਮਾਰ ਕੇ ਸਾਡੇ ਤੇ ਇੱਕ ਕਰਜ਼ਾ ਖੜਾ ਕਰਤਾ ਹੈ। ਸਾਡੇ ਤੇ ਅਹਿਸਾਨ ਆ ਉਹਨਾਂ ਦਾ। ਸੋ ਅੱਜ ਆਪਾਂ ਇਸ ਮਹੀਨੇ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਆ ਜੀ ਨੁਸਰਤ ਬੋਬੀ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਾਨੂੰ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਕਿਸ ਤਰ੍ਹਾਂ ਇਹਦੇ ਵਿੱਚ ਰੋਜ਼ੇ ਰੱਖੇ ਜਾਂਦੇ ਆ, ਕੀ ਹੁੰਦਾ, ਕਿੱਦਾਂ ਦਾ ਮਤਲਬ ਇਹਦੇ ਵਿੱਚ ਆਪਾਂ ਤੁਸੀਂ ਕਰਦੇ ਆ, ਤੁਸੀਂ ਆਪ ਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ। ਹਾਂਜੀ, ਆਦਾਬ ਸਲਾਮ ਤੁਹਾਨੂੰ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸੋ ਬੜਾ ਮੈਂ ਸ਼ੁਕਰਗੁਜ਼ਾਰ ਹਾਂ ਜੀ ਸਾਡੇ ਵੱਡੇ ਵੀਰ ਜੋ ਸਮਾਜ ਸੇਵਾ ਵੀ ਨੇ, ਔਰ ਰਾਇਕ ਤੋਂ ਜ਼ਿਲ੍ਹਾ ਮੋਗਾ ਤੋਂ ਤਸ਼ਰੀਫ ਫਰਮਾ ਨੇ, ਪਿੰਡ ਰੌਕੇ ਤੋਂ ਤਸ਼ਰੀਫ ਫਰਮਾ ਹੋਏ ਨੇ। ਸੋ ਡੇਲੀ ਨਿਊਜ਼ ਰੌਕੇ ਦੀ ਤਰਫ ਤੋਂ ਤਸ਼ਰੀਫ ਫਰਮਾ ਹੋਏ ਨੇ। ਸੋ ਬੜਾ ਸ਼ੁਕਰਗੁਜ਼ਾਰ ਹਾਂ, ਤਹਿ ਦਿਲ ਤੋਂ ਮੈਂ ਵੈਲਕਮ ਕਰਦਾ ਇਹਨਾਂ ਦਾ ਆਇਆਂ ਨੂੰ। ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਇਹ ਚੀਜ਼ ਹੈ ਇਨਸਾਨੀਅਤ। ਬਿਲਕੁਲ, ਇਨਸਾਨ ਦੇ ਵਿੱਚ ਇਨਸਾਨੀਅਤ ਨਹੀਂ ਤਾਂ ਕੁਝ ਵੀ ਨਹੀਂ ਹੈਗਾ। ਔਰ ਦੇਖੋ ਤੁਸੀਂ ਕਿੰਨੀ ਮੁਹੱਬਤ ਨਾਲ, ਕਿੰਨੀ ਦੂਰੋਂ ਚੱਲ ਕੇ ਸਫ਼ਰ ਤੈਅ ਕਰਕੇ ਤੁਸੀਂ ਮਲੇਰਕੋਟਲਾ ਪਿੰਡ ਸ਼ੇਰਵਾਨੀ ਕੋਟਕੇ ਤੋਂ ਤਸ਼ਰੀਫ ਫਰਮਾ ਹੋਏ ਹੋ, ਔਰ ਬੜੀ ਮੁਹੱਬਤ ਦੇ ਨਾਲ ਤੁਸੀਂ ਤਸ਼ਰੀਫ ਫਰਮਾ ਹੋਏ ਹੋ। ਸੋ ਜਿਹੜਾ ਰਮਜ਼ਾਨ ਦਾ ਮਹੀਨਾ ਹੈ, ਇਹਦੇ ਵਿੱਚ 30 ਰੋਜ਼ੇ ਹੁੰਦੇ ਹਨ। ਠੀਕ ਹੈ। ਔਰ ਸਾਡੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸਾਹਿਬ, ਸੋ ਮੁਸਲਮ ਸਾਡੇ ਥੰਮ ਨੇ ਉਹ। ਸੋ ਜੋ ਉਹਨਾਂ ਦੇ ਅਸੀਂ ਉਹਨਾਂ ਦੇ ਹਕੂਕਾਂ ਦੇ ਚੱਲਦੇ ਹਾਂ, ਸਾਡੀ ਅੱਲਾ ਦੀ ਔਰ ਸਾਡੀ ਹਦੀਸ ਹੈ ਜੋ ਕੁਰਾਨ ਹੈ, ਅਸੀਂ ਉਹਦੇ ਉੱਪਰ ਇਸ ਨੂੰ ਚੱਲਦੇ ਹਾਂ ਲੈ ਕੇ। ਔਰ ਸਾਡਾ ਫਰਜ਼ ਬਣਦਾ ਵੀ ਅਸੀਂ ਇਸ 30 ਦਿਨਾਂ ਦੇ ਵਿੱਚ ਸਾਡੇ ਖੁਦਾ ਪਾਕ ਨੇ ਸਾਡੇ ਉੱਪਰ ਮਤਲਬ ਜਿਹੜੀ ਰੋਜ਼ਿਆਂ ਵਾਸਤੇ ਰੱਖਿਆ ਸੀ, 1 ਸਾਲ ਰੱਖਿਆ ਸੀ, ਫਿਰ 6 ਮਹੀਨੇ ਕੀਤੇ। ਸਾਡੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਵੀ ਮੇਰੀ ਜਿਹੜੀ ਉਮਤ ਹੈ ਇਹ ਇੰਨੇ ਰੋਜ਼ੇ ਨਹੀਂ ਰੱਖ ਸਕਦੀ, ਵੀ ਇਹਨਾਂ ਨੂੰ ਜੇ ਘਟਾਇਆ ਜਾਵੇ ਤਾਂ ਥੋੜੀ ਬੜੀ ਜ਼ਰਾ ਨਵਾਜ਼ੀ ਆ। ਤਾਂ ਖੁਦਾ ਬੰਦੇ ਕਰੀਮ ਨੇ ਸੋਚਿਆ ਵੀ ਠੀਕ ਹੈ, ਇਬਾਦਤ ਕਰਨੀ ਹੈ। ਤਾਂ ਉਹਨਾਂ ਨੇ ਪਹਿਲਾਂ ਸਾਲ ਤੋਂ, ਫਿਰ 6 ਮਹੀਨਿਆਂ ਤੋਂ, ਫਿਰ ਹਜ਼ੂਰ ਸਾਹਿਬ ਨੇ ਗੁਜ਼ਾਰਿਸ਼ ਕੀਤੀ ਅੱਲਾਹ ਪਾਕ ਮੂਹਰੇ, ਫਿਰ 30 ਦਿਨ ਦਾ 1 ਮਹੀਨਾ ਵਾਸਤੇ ਉਹਨਾਂ ਨੇ ਆਪਣੀ ਬੰਦਗੀ ਦਾ ਜਿਹੜਾ ਇਹ ਦਿਨ ਹੈ ਮਹੀਨਾ, ਇਹ ਫਿਰ ਮਿਥਿਆ ਗਿਆ, ਪਵਿੱਤਰ ਮੰਨਿਆ ਗਿਆ, ਪਵਿੱਤਰ ਗਿਆ। ਔਰ ਦੇਖੋ ਕੋਈ ਵੀ ਚੀਜ਼ ਹੈ, ਬੰਦਗੀ ਹਮੇਸ਼ਾ ਇਨਸਾਨ ਨੂੰ ਕਰਦੀ ਰਹਿਣੀ ਚਾਹੀਦੀ ਹੈ, ਪਲ ਪਲ ਕਰਨੀ ਰਹਿਣੀ ਚਾਹੀਦੀ ਹੈ। ਜੇ ਆਪਾਂ ਸੋਚੀ ਵੀ 1 ਮਹੀਨਾ ਜਾਂ 1 ਸਾਲ ਹੈ ਬੰਦਗੀ ਦੇ ਲਈ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਜਿੰਨੀ ਸਾਡੀ ਜ਼ਿੰਦਗੀ ਹੈ, ਸਾਨੂੰ ਇਬਾਦਤ ਕਰਨ ਦੇ ਵਾਸਤੇ ਉਸ ਖੁਦਾ ਨੇ, ਉਸ ਗੌਡ ਨੇ, ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ। ਅਸੀਂ ਇਬਾਦਤ ਕਰਦੇ ਰਹਿਣਾ ਚਾਹੀਦਾ ਸਾਨੂੰ ਹਮੇਸ਼ਾ। ਜੇ ਆਪਾਂ ਸੋਚੀ ਮਹੀਨਾ ਸਾਲ, ਨਹੀਂ, ਹਰ ਸਾਲ ਦੇ ਨਾਲ ਉਹਦੀ ਬੰਦਗੀ ਕਰਨੀ ਚਾਹੀਦੀ ਹੈ। ਔਰ ਖੁਦਾ ਪਰਮਾਤਮਾ ਨੇ, ਖੁਦਾ ਨੇ ਸਾਨੂੰ ਇਸ ਲਈ ਪੈਦਾ ਕੀਤਾ ਦੁਨੀਆ ਦੇ ਉੱਪਰ ਵੀ ਅਸੀਂ ਉਹਦੀ ਇਬਾਦਤ ਕਰੀਏ, ਉਹਨੂੰ ਮੰਨੀਏ ਵੀ ਉਹ ਹੈ ਜਿਸ ਨੇ ਇੱਕ ਸਾਰੀ ਕਾਇਨਾਤ ਬਣਾਈ ਹੈ, ਦੁਨੀਆ ਬਣਾਈ ਹੈ, ਕਿੱਡੇ ਚੰਨ, ਸੂਰਜ, ਤਾਰੇ, ਹਵਾਵਾਂ ਬਣਾਈਆਂ ਨੇ। ਉਹ ਕਿਹਦੇ ਲਈ? ਇਨਸਾਨ ਦੇ ਲਈ। ਫਿਰ ਸਾਡਾ ਫਰਜ਼ ਬਣਦਾ ਹੈ ਅਸੀਂ ਉਹਦੀ ਇਬਾਦਤ ਕਰੀਏ, ਉਹਦੀ ਬੰਦਗੀ ਕਰੀਏ। ਔਰ ਜਿਹੜਾ ਰਮਜ਼ਾਨ ਦਾ ਪਵਿੱਤਰ ਮਹੀਨਾ ਹੈ, ਇਹ ਇੱਕ ਸਾਡੇ ਲਈ ਇਹ ਕਹਿ ਸਕਦੇ ਹਾਂ ਵੀ ਜਿੱਦਾਂ ਆਰਮੀ ਦੀ ਆਪਾਂ ਫੌਜ ਦੇ ਵਿੱਚ ਜਾਂਦੇ ਹਾਂ, ਹਾਂਜੀ, ਆਰਮੀ ਦੀ ਫੌਜ ਵਿੱਚ ਜਾਂਦੇ ਹਾਂ, ਸਾਡੀ ਸਿਖਲਾਈ ਹੁੰਦੀ ਹੈ। ਇਹ ਮਹੀਨੇ ਦੇ ਵਿੱਚ ਵੀ ਸਿਖਲਾਈ ਹੁੰਦੀ ਹੈ।
ਇੱਕ ਰੋਜ਼ਾ ਜਿਹੜਾ ਇਹ ਇੱਕ ਹੀ ਹੁੰਦਾ ਵੀ ਸਾਡਾ ਖਾਣਾ ਪੀਣਾ ਜਿਹੜਾ ਅਸੀਂ ਇਸ ਤੋਂ ਮੁਕਤੀ ਲੈ ਲਈ, ਖਾਣਾ ਪੀਣਾ ਨਹੀਂ ਕੁਛ ਨਹੀਂ। ਇਹ ਰੋਜ਼ੇ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਆਉਂਦੀਆਂ ਨੇ, ਸਾਡੇ ਹਦੀਸ ਦੇ ਵਿੱਚ ਬਿਆਨ ਕੀਤਾ ਗਿਆ ਹੈ। ਜ਼ੁਬਾਨ ਦਾ ਵੀ ਰੋਜ਼ਾ ਹੈ, ਅੱਖ ਦਾ ਵੀ ਰੋਜ਼ਾ ਹੈ, ਦਿਲ ਦਾ ਵੀ ਰੋਜ਼ਾ, ਦਿਮਾਗ ਦਾ ਵੀ ਰੋਜ਼ਾ ਹੈ। ਚੰਗਾ ਅੱਛਾ ਦੇਖਣਾ ਹੈ, ਮਾੜਾ ਨਹੀਂ ਦੇਖਣਾ। ਸਾਡੀ ਜ਼ੁਬਾਨ ਦੇ ਵਿੱਚੋਂ ਕੋਈ ਇਦਾਂ ਦਾ ਲਫ਼ਜ਼ ਨਾ ਨਿਕਲ ਜਾਵੇ ਜਿਹੜਾ ਅਸੀਂ ਕਿਸੇ ਦੀ ਵਿਰੋਧੀ ਕਰੀਏ, ਉਹਦਾ ਜਿਹੜਾ ਸਾਨੂੰ ਫਿਰ ਭੁਗਤਣਾ ਪਵੇ। ਅੱਛਾ ਕੰਮ ਕਰੋ, ਅੱਛੀ ਜ਼ੁਬਾਨ ਰੱਖੋ, ਅੱਛੀ ਸੋਚ ਰੱਖੋ, ਇਬਾਦਤ ਕਰੋ, ਨਮਾਜ਼ਾਂ ਪੜ੍ਹੋ, ਰੋਜ਼ੇ ਰੱਖੋ, ਤੇ ਉਹ ਹਰ ਮੁਸਲਮਾਨ ਦਾ ਫਰਜ਼ ਬਣਦਾ ਹੈ। ਤੇ ਉਸ ਤੋਂ ਬਾਅਦ ਰਮਜ਼ਾਨ ਦੇ ਵਿੱਚ ਮਤਲਬ ਜਿੱਦਾਂ ਰਮਜ਼ਾਨ ਦੇ ਵਿੱਚ ਰੋਜ਼ਾ ਖੋਲ੍ਹਣ ਦਾ ਜਿਹੜਾ ਮਤਲਬ ਮੰਨਿਆ ਗਿਆ, ਬਹੁਤ ਵੱਡੀ ਗੱਲ ਮੰਨੀ ਗਈ ਹੈ ਵੀ ਸ਼ਾਮ ਨੂੰ ਰੋਜ਼ਾ ਮਤਲਬ 16-17 ਘੰਟਿਆਂ ਦਾ ਰੋਜ਼ਾ ਹੁੰਦਾ ਹੈ। 16-17 ਘੰਟੇ ਮਤਲਬ ਜਿਹਦੇ ਵਿੱਚ ਬਹੁਤ ਵੱਡੀ ਗੱਲ ਬਣੀ ਗਈ ਹੈ। ਉਸ ਤੋਂ ਬਾਅਦ ਜਦੋਂ ਰੋਜ਼ੇ ਨੂੰ ਅਸੀਂ ਖਲਾਉਂਦੇ ਹਾਂ, ਉਹਦੇ ਵਿੱਚ ਜਿਵੇਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਮਤਲਬ ਖੰਜ਼ੂਰ ਨੂੰ ਜਿਹੜਾ ਅਹਿਮੀਅਤ ਦਿੱਤੀ ਗਈ ਹੈ, ਤੁਸੀਂ ਖੰਜ਼ੂਰ ਦੇ ਨਾਲ ਰੋਜ਼ਾ ਖੋਲ੍ਹ ਸਕਦੇ ਹੋ। ਸ਼ਰਬਤ ਪਾਣੀ ਸਭ ਤੋਂ ਬਹੁਤ ਪਵਿੱਤਰ ਚੀਜ਼ ਹੈ, ਅਸੀਂ ਉਹਦੇ ਨਾਲ ਰੋਜ਼ਾ ਖੋਲ੍ਹ ਸਕਦੇ ਹੋ। ਉਸ ਤੋਂ ਬਾਅਦ ਦੁਨੀਆ ਦੇ ਉੱਪਰ ਬਹੁਤ ਚੀਜ਼ਾਂ ਬਣੀਆਂ ਨੇ, ਉਹ ਤੁਸੀਂ ਸ਼ਾਮ ਨੂੰ ਖਾ ਸਕਦੇ ਹੋ, ਲੈ ਸਕਦੇ ਹੋ। ਔਰ ਮੈਂ ਸਭ ਤੋਂ ਬੜੀ ਤੁਹਾਡੇ ਸ਼ੁਕਰਗੁਜ਼ਾਰ ਕਰਦਾ ਵੀ ਤੁਸੀਂ ਦੇਖ ਲਓ ਕਿੱਥੋਂ ਚੱਲ ਕੇ ਕਿੰਨਾ ਸਫ਼ਰ ਤੈਅ ਕਰਕੇ ਤੁਸੀਂ ਵੀ ਸਮਾਜ ਸੇਵਾ ਦਾ ਕੰਮ ਕਰਦੇ ਹੋ। ਮੈਂ ਤੁਹਾਨੂੰ ਬਹੁਤ ਮੁਬਾਰਕਬਾਦ ਵੀ ਹੈ, ਔਰ ਮੈਂ ਖੁਸ਼ੀ ਮਹਿਸੂਸ ਕਰਦਾ, ਤੁਹਾਡੇ ਨਾਲ ਮੇਰਾ ਦਿਲ ਤੋਂ ਯਾਰਾਨਾ ਹੈ। ਔਰ ਤੁਸੀਂ ਦੇਖੋ ਕਿੰਨਾ ਕੰਮ ਕਰਦੇ ਹੋ। ਅੱਜ ਮੇਰੇ ਕੋਲੇ ਤੁਸੀਂ 50 ਕਿਲੋ ਮਤਲਬ ਜਿਹੜੇ ਕੇਲੇ ਲੈ ਕੇ ਆਏ ਹੋ, ਇਹ 50 ਕਿਲੋ ਨਹੀਂ, ਮੇਰੇ ਲਈ ਤਾਂ ਕੁਆਂਟਲ ਨੇ। ਔਰ ਤੁਸੀਂ ਜਿਹੜੇ ਵੀ ਇਨਸਾਨ ਨੇ ਖਾਣਾ ਹੈ ਉਸ ਨੂੰ, ਉਹ ਕਿੰਨੀ ਤੁਹਾਨੂੰ ਉਹਦੀ ਦੁਆ ਦੇਣੀ ਹੈ ਦਿਲ ਚੋਂ। ਤੁਸੀਂ ਉਹਦਾ ਰੋਜ਼ਾ ਖਲਵਾਓਗੇ, ਪਤਾ ਨਹੀਂ ਕਿਹੜਾ, ਕੋਈ ਗਰੀਬ ਵੀ ਹੈ, ਕੋਈ ਅਮੀਰ ਵੀ ਹੈ, ਕੋਈ ਬੱਚਾ ਹੈ, ਕੋਈ ਬਜ਼ੁਰਗ ਹੈ, ਉਹਨੂੰ ਖਾਵੇਗਾ ਤਾਂ ਤੁਹਾਨੂੰ ਕਿੰਨੀਆਂ ਉਹ ਦੁਆਵਾਂ ਜਿਹੜੀਆਂ ਤੁਹਾਨੂੰ ਨੇਕੀਆਂ ਖੁਦਾ ਪਾਕ ਬੰਦੇ ਕਰੀਮ ਨੇ ਤੁਹਾਨੂੰ ਨੇਕੀਆਂ ਦੇਣੀਆਂ ਨੇ। ਔਰ ਤੁਸੀਂ ਹਮੇਸ਼ਾ ਇੱਦਾਂ ਦੇ ਕੰਮ ਕਰਦੇ ਰਹਿੰਦੇ ਹੋ, ਇਹਨਾਂ ਬੱਚਿਆਂ ਦੀ ਮੈਰਿਜਾਂ ਵੀ ਕਰਦੇ ਹੋ, ਹਰ ਜਿਹੜੇ ਸਮਾਜ ਸੇਵਾ ਦੇ ਕੰਮ ਕਰਦੇ ਹੋ, ਔਰ ਬੜੀ ਖੁਸ਼ੀ ਹੈ। ਔਰ ਮੈਂ ਖੁਦਾ ਅੱਗੇ ਦੁਆ ਕਰਦਾ ਵੀ ਤੁਹਾਨੂੰ ਅੱਲਾ ਹੋਰ ਵੀ ਇੱਦਾਂ ਦਾ ਜਿਹੜਾ ਤੁਹਾਡਾ ਫੀਲਡ ਹੈ, ਤੁਹਾਡਾ ਭਾਜੀ ਨੇ ਇੱਧਰ ਭਰਾ ਆਏ ਨੇ ਨਾਲ, ਗੁਰਪ੍ਰੀਤ ਜੀ, ਤੁਹਾਡੀ ਇੱਕ ਕਮੇਟੀ ਹੈ, ਸੰਸਦ ਹੈ, ਤੁਸੀਂ ਉਹਨੂੰ ਚਲਾਓ ਔਰ ਦਿਨ ਦੁੱਗਣੀ ਰਾਤ ਤਰੱਕੀ ਤੁਸੀਂ ਕਰੋ, ਔਰ ਤੁਹਾਨੂੰ ਕਾਮਯਾਬੀਆਂ ਨੇ ਜਿਹੜੀਆਂ ਅੱਲਾ ਪਾਕ ਹੋਰ ਵੀ ਦੇਵੇ। ਔਰ ਮੈਂ ਤੁਹਾਡਾ ਤਹਿ ਦਿਲ ਤੋਂ ਵੈਲਕਮ ਕਰਦਾ ਜਿਹੜਾ ਤੁਸੀਂ ਰਮਜ਼ਾਨ ਸ਼ਰੀਫ ਦੇ ਵਿੱਚ ਤੁਸੀਂ ਰੋਜ਼ੇ ਲਈ ਪਹੁੰਚੇ ਹੋ, ਰੋਜ਼ੇ ਖੁਲਵਾਉਣ ਦੇ ਲਈ ਤੁਸੀਂ ਇੱਕ ਜਿਹੜੀ ਸਿੱਖ ਔਰ ਮੁਸਲਮਾਨ ਭਾਈਚਾਰੇ ਨੇ ਤੁਸੀਂ ਮੁਹੱਬਤ ਦਿੱਤੀ ਹੈ, ਇਹ ਇਸ ਦੀ ਮੈਂ ਤਹਿ ਦਿਲ ਤੋਂ ਕਦਰ ਕਰਦਾ। ਖੁਸ਼ੀ ਹੈ, ਤੁਹਾਡਾ ਵੀ ਧੰਨਵਾਦ ਹੈ ਜੀ, ਤੁਸੀਂ ਇੰਨਾ ਮਾਣ ਦਿੱਤਾ ਹੈ। ਅਸੀਂ ਤਾਂ ਕੁਛ ਨਹੀਂ ਜੀ ਸੋਚੀਏ ਤਾਂ ਅਸੀਂ, ਠੀਕ ਆ, ਸਮਾਜ ਸੇਵੀ ਇੱਕ ਹੋਣਾ ਇੱਕ ਬਹੁਤ ਵੱਡੀ ਗੱਲ ਆ। ਅਸੀਂ ਤਾਂ ਐਡੀ ਕੋਈ ਸਮਾਜ ਸੇਵੀ ਨਹੀਂ ਕਰਦੇ, ਪਰ ਜ਼ਿੰਦਗੀ ਜੋਗੀ ਵਾਹਿਗੁਰੂ ਨੇ ਡਿਊਟੀ ਦਿੱਤੀ ਆ, ਅੱਲਾਹ ਤਾਲਾ ਨੇ ਡਿਊਟੀ ਦਿੱਤੀ, ਅਸੀਂ ਨਿਭਾ ਰਹੇ ਹਾਂ। ਸੋ ਸਾਡੀ ਇਸ ਸੇਵਾ ਦੇ ਵਿੱਚ ਵੀ ਜੀ ਸਭ ਤੋਂ ਵੱਡਾ ਜਿਹੜਾ ਹੱਥ ਮੇਰੇ ਪਿੰਡ ਦਾ ਹੈ। ਵਾਹ। ਉਸ ਤੋਂ ਉੱਥੋਂ ਦੇ ਲੋਕ ਜੋ ਵਸ ਰਹੇ ਆ, ਉੱਥੋਂ ਦੇ NRI ਭਰਾ ਜੋ ਆਪਣੀ ਦਸਵੰਧ ਬਾਹਰ ਕਮਾਈ ਕਰਨ ਲਈ ਗਏ ਆ, ਕੋਈ ਬੱਚਿਆਂ ਖਾਤਰ, ਕੋਈ ਢਿੱਡ ਪੇਟ ਦੀ ਖਾਤਰ। ਤਾਂ ਤੁਸੀਂ ਦੇਖੋ, ਤੁਸੀਂ ਰੋਜ਼ੇ ਰੱਖਦੇ ਆ, ਇੱਕ ਭੁੱਖਾ ਰਹਿਣਾ ਜੀ, ਤੇ ਇੱਕ ਤਾਂ ਭੁੱਖ ਵੈਸੇ ਹੁੰਦੀ ਹੈ, ਇੱਕ ਜਿਹੜੀ ਪੇਟ ਦੀ ਭੁੱਖ ਹੁੰਦੀ ਹੈ ਵੀ ਰੋਟੀ ਨਹੀਂ ਪੱਕਦੀ ਕਿਸੇ ਘਰੇ, ਤੇ ਉਹ ਰਾਸ਼ਨ ਵੀ ਦੇ ਰਿਹਾ ਸਾਡੇ ਵੀਰ ਮਨਵੀਰ ਸਿੰਘ ਕੈਨੇਡਾ ਤੋਂ ਆ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮਨਜੀਤ ਸਿੰਘ UK, ਉਹਨਾਂ ਵੱਲੋਂ ਵੀ ਜਿਹੜੇ ਰਾਸ਼ਨ ਦੀ ਸੇਵਾ ਹਰ ਮਹੀਨੇ ਜਿਹੜੀ 16 ਪਰਿਵਾਰਾਂ ਨੂੰ ਚੱਲਦੀ ਆ। ਸੋ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਇਕੱਲੇ ਕੁਛ ਨਹੀਂ, ਇਹਨਾਂ ਦੀ ਭਰਾਵਾਂ ਦੇ ਨਾਲ ਸਾਡੀ ਸੰਸਥਾ ਚੱਲਦੀ ਆ। ਸਮਾਜ ਸੇਵਾ ਇੱਕ ਹੋਣਾ ਇੱਕ ਵੱਡੀ ਗੱਲ ਨਹੀਂ ਵੀ ਮਤਲਬ ਹਰੇਕ ਬਣ ਜਾਂਦਾ, ਪਰ ਉਹ ਸਮਾਜ ਸੇਵਾ ਹੋ ਕਿਵੇਂ ਰਹੀ ਆ, ਉਹ ਪਰਦੇ ਦੇ ਪਿੱਛੇ ਜੋ ਸਮਾਜ ਸੇਵਾ ਕਰਦੇ ਆ, ਸਭ ਤੋਂ ਵੱਡੇ ਸਮਾਜ ਸੇਵੀ ਉਹ ਆ ਜੋ ਸਾਨੂੰ ਪੈਸਾ ਭੇਜਦੇ ਆ, ਸਾਡੇ ਲਈ ਦਸਵੰਧ ਕੱਢਦੇ ਆ। ਸੋ ਉਸ ਦਸਵੰਧ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਤੱਕ ਪਹੁੰਚਦਾ ਕਰੀਏ। ਸੋ ਸਾਡੀਆਂ ਸੇਵਾਵਾਂ ਇਹਨਾਂ ਦੀ ਭਰਾਵਾਂ ਦੇ ਨਾਲ ਹੀ ਆ, ਨਗਰ ਨਿਵਾਸੀਆਂ ਦੇ ਨਾਲ ਹੀ ਆ, ਕਿਉਂਕਿ ਇਹਦੇ ਵਿੱਚ ਬੜਾ ਕੁਝ ਸਾਹਮਣਾ ਕਰਨਾ ਪੈਂਦਾ। ਸੋ ਤੁਸੀਂ ਸਾਨੂੰ ਇੰਨਾ ਇੱਥੇ ਮਾਣ ਦਿੱਤਾ ਜੀ, ਅਸੀਂ ਦਿਲ ਦੀਆਂ ਗਹਿਰਾਈਆਂ ਜੋ ਸਮੁੱਚੀ ਡੇਲੀ ਰੌਕੀ ਨਿਊਜ਼ ਵੱਲੋਂ ਪਿੰਡ ਰੌਕੇ ਵੱਲੋਂ ਧੰਨਵਾਦ ਕਰਦੇ ਹਾਂ। ਸੋ ਇਨਸਾਨੀਅਤ ਦੇ ਤੌਰ ਤੇ ਅਸੀਂ ਪਹੁੰਚੇ ਹਾਂ ਜੀ। ਅਸੀਂ ਨਹੀਂ ਚਾਹੁੰਦੇ ਕਿ ਇੱਥੇ ਕੋਈ ਧਰਮਾਂ ਦੇ ਵਿੱਚ ਬੜਾ ਕੁਝ ਹੋਇਆ, ਧਰਮਾਂ ਵਿੱਚ ਲੜਾਈਆਂ ਵੀ ਹੋਈਆਂ, ਪਰ ਲੜਾਈ ਦੇ ਵਿੱਚੋਂ ਕਿਸੇ ਨੇ ਕੁਝ ਖੱਟਿਆ ਨਹੀਂ। ਮੁਹੱਬਤ ਇੱਕ ਬਹੁਤ ਵੱਡੀ ਚੀਜ਼ ਆ ਜੋ ਦਿਲਾਂ ਨੂੰ ਜੋੜਦੀ ਆ, ਸੋ ਸਰਹੱਦਾਂ ਨੂੰ ਜੋੜਦੀ ਆ ਮੁਹੱਬਤ। NRI ਭਰਾ ਸੇਵਾ ਕਰਦੇ ਆ, ਨਗਰ ਨਿਵਾਸੀ ਸੇਵਾ ਕਰਦੇ ਆ, ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦੇ ਆ। ਸੋ ਮੇਰੇ ਨਾਲ ਗੁਰਪ੍ਰੀਤ ਵੀਰ ਪਹੁੰਚਿਆ ਸੀਗਾ, ਅੱਜ ਅਸੀਂ ਪਹੁੰਚੇ ਆ। ਤੁਹਾਡਾ ਸਾਰਿਆਂ ਦਾ ਧੰਨਵਾਦ, ਸਾਨੂੰ ਇੱਥੇ ਆਇਆਂ ਨੂੰ ਮਾਣ ਬੜਾ ਦਿੱਤਾ। ਸੋ ਇਨਸਾਨੀਅਤ ਤੌਰ ਤੇ ਸਾਡੇ ਫਰਜ਼ ਸੀ, ਅਸੀਂ ਭਾਈਚਾਰਕ ਸਾਂਝ ਦੇ ਲਈ ਕੁਝ ਵੀ ਕਰ ਸਕਦੇ ਹਾਂ। ਸੋ ਬਹੁਤ ਬਹੁਤ ਮਿਹਰਬਾਨੀ ਵਾਸਤੇ ਰਹੋ। ਔਰ ਮੈਂ ਫਿਰ ਖਾਸ ਇੱਕ ਗੱਲ ਕਰਨੀ ਚਾਹਾਂਗਾ, ਜਿੱਦਾਂ NR ਵੀਰ ਨੇ ਤੁਹਾਡੇ ਨਾਲ, ਤੁਹਾਡਾ ਨਗਰ ਹੈ, ਪਿੰਡ ਹੈ, ਔਰ ਖਾਸ ਤੌਰ ਤੇ ਜਿਹੜੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਨੇ ਭਰਾ, ਔਰ ਉਹ ਤੁਹਾਡੇ ਲਈ ਕਿੰਨੀ ਖਿਦਮਤ ਕਰਦੇ ਨੇ, ਤੁਹਾਡੀ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਉਹ,
ਤੁਸੀਂ ਕੁਝ ਵੀ ਉਹਨਾਂ ਨੂੰ ਤੁਸੀਂ ਪੋਸਟ ਕਰ ਦਿਓ ਵੀ ਆਪਾਂ ਇਦਾਂ ਕੰਮ ਕਰਨਾ, ਇਦਾਂ ਕੰਮ ਕਰਨਾ। ਇੱਕ ਟੀਮ ਵਰਕ ਹੈ ਤੁਹਾਡਾ ਇਹ ਕੰਮ। ਬਿਲਕੁਲ। ਕੋਈ ਵੀ ਕੰਮ ਹੈ ਟੀਮ ਵਰਕ ਤੋਂ ਨਹੀਂ ਹੋ ਸਕਦਾ। ਬਿਲਕੁਲ। ਔਰ ਬੜੇ ਮਾਣ ਵਾਲੀ ਗੱਲ ਹੈ ਜਿਹੜਾ ਤੁਸੀਂ, ਤੁਹਾਡੀ ਪਿਆਰ ਮੁਹੱਬਤ ਹੈ, ਜਿਹੜਾ ਤੁਸੀਂ ਇੰਨੇ ਲੋਕਾਂ ਦੇ ਨਾਲ ਵਿਸਰਦੇ ਹੋ, ਮਿਲਦੇ ਹੋ, ਪਿਆਰ ਕਰਦੇ ਹੋ। ਔਰ ਉਹਨਾਂ NRI ਵੀਰਾਂ ਦਾ ਵੀ ਔਰ ਤੁਹਾਡੀ ਨਗਰ ਵਾਲਿਆਂ ਦਾ ਵੀ ਮੈਂ ਸਾਰੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਬਹੁਤ ਸ਼ੁਕਰੀਆ। ਜਿਉਂਦੇ ਰਹੋ, ਖੁਸ਼ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।